ਹੈਲੋ ਦੋਸਤੋ, ਮੈਂ ਤਰਸੇਮ ਸਿੰਘ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਕਰਦਾ ਆਪਣੇ ਇਸ ਆਨਲਾਈਨ ਪਲੇਟਫਾਰਮ ਤੇ। ਆਪਾਂ ਗੱਲ ਕਰ ਰਹੇ ਸੀਗੇ ਜੀਐਸ ਦੇ ਹਿਸਟਰੀ ਪਾਰਟ ਦੀ, ਤੇ ਹਿਸਟਰੀ ਦੇ ਵਿੱਚ ਆਪਾਂ ਥੋੜੀ ਬਹੁਤ ਡਿਸਕਸ਼ਨ ਕੀਤੀ ਸੀਗੀ ਐਂਸ਼ੀਐਂਟ ਦੀ, ਮੈਡੀਵਲ ਦੀ। ਆਪਾਂ ਕਹਿ ਸਕਦੇ ਹਿਸਟਰੀ ਦੀ ਥੋੜੀ ਬਰੀਫਲੀ ਜਾਣਕਾਰੀ ਪ੍ਰਾਪਤ ਕੀਤੀ ਹੈ। ਤੁਸੀਂ ਜੇਕਰ ਫੁੱਲ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਜਿਹੜੇ ਆਪਾਂ ਟੌਪਿਕ ਕਰ ਰਹੇ ਸੀਗੇ ਜਾਂ ਜਿਨ੍ਹਾਂ ਬਾਰੇ ਆਪਾਂ ਡਿਸਕਸ ਕੀਤੀ ਹੈ ਵੀਡੀਓ ਦੇ ਵਿੱਚ, ਜੇਕਰ ਤੁਸੀਂ ਉਹਨਾਂ ਬਾਰੇ ਫੁੱਲ ਡਿਟੇਲ ਵਿੱਚ ਜਾਣਨਾ ਚਾਹੁੰਦੇ ਹੋ ਤਾਂ ਇੱਕ ਆਪਣੀ ਐਪ ਆਈ ਹੈ ਸਾਰਥੀ ਐਜੂਕੇਟਰਸ। ਤੁਸੀਂ ਪਲੇ ਸਟੋਰ ਤੇ ਜਾਓਗੇ, ਸਾਰਥੀ ਐਜੂਕੇਟਰਸ ਫਿਲ ਕਰੋਗੇ, ਸਾਰਥੀ ਐਜੂਕੇਟਰ ਐਪ ਆਏਗੀ, ਉਸ ਤੁਸੀਂ ਡਾਊਨਲੋਡ ਕਰ ਸਕਦੇ ਹੋ। ਜੇਕਰ ਹੋਰ ਥੋੜੀ ਬਹੁਤ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਜਿੰਨੇ ਵੀ ਕੋਈ ਵੀ ਐਗਜ਼ਾਮ ਦੀ ਤਿਆਰੀ ਕਰਨੀ ਹੈ ਤੁਸੀਂ ਸਾਡੇ ਨਾਲ ਕੰਟੈਕਟ ਕਰੋ, ਐਪ ਡਾਊਨਲੋਡ ਕਰੋ। ਉਹਦੇ ਵਿੱਚ ਤੁਹਾਨੂੰ ਫੁੱਲ ਹਰੇਕ ਟੌਪਿਕ ਦੀ, ਹਰੇਕ ਸਬਜੈਕਟ ਦੀ ਫੁੱਲ ਡਿਟੇਲ ਵਿੱਚ ਵੀਡੀਓਜ਼ ਮਿਲ ਜਾਣਗੀਆਂ। ਚਾਹੇ ਹਿਸਟਰੀ ਹੈ, ਪੋਲਿਟੀ ਹੈ, ਜਿਓਗ੍ਰਾਫੀ ਹੈ, ਮੈਥ ਹੈ, ਰੀਜ਼ਨਿੰਗ ਹੈ, ਕੋਈ ਵੀ ਪਾਰਟ ਆਪਣਾ ਕੰਪੀਟੀਸ਼ਨ ਐਗਜ਼ਾਮ ਦਾ, ਉਹ ਤੁਹਾਨੂੰ ਸਾਰੇ ਵੀਡੀਓਜ਼ ਇਸ ਐਪ ਦੇ ਵਿੱਚ ਮਿਲ ਜਾਣਗੀਆਂ। ਕੋਈ ਵੀ ਪਰਚੇਸ ਕਰਨਾ ਚਾਹੁੰਦਾ ਹੈ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ, ਰਾਬਤਾ ਆਪਣਾ ਕਾਇਮ ਕਰ ਸਕਦੇ ਹੋ। ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਟੌਪਿਕ ਦੀ, ਜਿਹੜਾ ਹਿਸਟਰੀ ਦਾ ਪਾਰਟ ਚੱਲ ਰਿਹਾ ਸੀਗਾ, ਜਿਹਦੇ ਵਿੱਚ ਆਪਾਂ ਅੱਜ ਗੱਲ ਕਰਾਂਗੇ ਮਾਡਰਨ ਹਿਸਟਰੀ ਦੀ, ਕਿ ਆਪਣੇ ਜਿਹੜੇ ਭਾਰਤ ਦੇ ਆਧੁਨਿਕ ਭਾਰਤ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਇਹ ਕਿਸ ਤਰ੍ਹਾਂ ਸਟਾਰਟ ਹੁੰਦਾ। ਆਧੁਨਿਕ ਭਾਰਤ ਜੀ, ਆਧੁਨਿਕ ਭਾਰਤ ਕਿਉਂ ਬੋਲਦੇ ਆ, ਸਿੱਧਾ ਸਿੱਧਾ ਕਿਉਂ ਨਹੀਂ ਆਪਾਂ ਬੋਲਦੇ ਕਿ ਭਾਰਤ ਦਾ ਇਤਿਹਾਸ, ਪੂਰੇ ਭਾਰਤ ਦਾ ਇਤਿਹਾਸ? ਕਿਉਂਕਿ ਆਪਾਂ ਤਿੰਨ ਪਾਰਟਾਂ ਦੇ ਵਿੱਚ ਪਹਿਲੀ ਵੀਡੀਓ 'ਚ ਗੱਲ ਕੀਤੀ ਸੀ ਕਿ ਤਿੰਨ ਪਾਰਟਾਂ ਦੇ ਵਿੱਚ ਆਪਾਂ ਹਿਸਟਰੀ ਨੂੰ ਡਿਵਾਈਡੇਸ਼ਨ ਕਰਦੇ ਹਾਂ, ਵੰਡਦੇ ਹਾਂ, ਐਂਸ਼ੀਐਂਟ, ਮੈਡੀਵਲ, ਮਾਡਰਨ। ਮਾਡਰਨ ਦੀ ਮੈਂ ਗੱਲ ਕੀਤੀ ਸੀ 1857 ਤੋਂ ਹੀ ਆਪਾਂ ਵੈਸੇ ਸਟਾਰਟ ਕਰਦੇ ਹਾਂ। 1857 ਤੋਂ ਬਾਅਦ 1947 ਤੱਕ, ਜਦੋਂ ਤੱਕ ਦੇਸ਼ ਆਜ਼ਾਦ ਨਹੀਂ ਹੋ ਜਾਂਦਾ। ਉਸ ਤੋਂ ਬਾਅਦ ਮੈਂ ਇਹ ਵੀ ਕਿਹਾ ਸੀਗਾ 1757 ਤੋਂ ਵੀ ਆਪਾਂ ਸਟਾਰਟ ਕਰ ਸਕਦੇ ਹਾਂ, ਪਲਾਸੀ ਦੇ ਯੁੱਧ ਤੋਂ ਵੀ ਸਟਾਰਟ ਕਰ ਸਕਦੇ ਆ। ਉਸ ਤੋਂ ਬਾਅਦ ਗੱਲ ਕੀਤੀ ਸੀਗੀ ਜਿਸ ਟਾਈਮ ਯੂਰਪੀਅਨ ਕੰਪਨੀਜ਼ ਆ ਰਹੀ ਹੈ ਇੰਡੀਆ ਦੇ ਵਿੱਚ, ਉਸ ਟਾਈਮ ਤੋਂ ਵੀ ਆਪਾਂ ਸਟਾਰਟ ਕਰ ਸਕਦੇ ਹਾਂ। ਬਟ ਆਪਾਂ ਇੱਕ ਵਾਰੀ ਇਹਨਾਂ ਨੂੰ ਪਿੱਛੇ ਰੱਖਦੇ ਆ, ਇਹਨਾਂ ਬਾਰੇ ਆਪਾਂ ਬਾਅਦ ਚ ਪੜਾਂਗੇ। ਪਹਿਲਾਂ ਆਪਾਂ ਥੋੜਾ ਜਿਹਾ ਜਾਣਕਾਰੀ ਪ੍ਰਾਪਤ ਕਰ ਲਈਏ ਕਿ ਮਾਡਰਨ ਹਿਸਟਰੀ ਸਟਾਰਟ ਕਿਵੇਂ ਹੋ ਜਾਂਦੀ ਹੈ ਆਪਣੀ, ਕਿ ਬਾਹਰਲੀਆਂ ਕੰਪਨੀਜ਼, ਜਿਵੇਂ ਕਿ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਜਿਹੜੀ ਬਾਹਰਲੀ ਕੰਪਨੀ ਆਈ ਹੈ ਇੰਡੀਆ ਦੇ ਵਿੱਚ ਉਹ 1498 ਦੇ ਵਿੱਚ ਆਈ ਹੈ। ਆਪਾਂ ਫੁੱਲ ਡਿਟੇਲ ਦੇ ਵਿੱਚ ਕਰਾਂਗੇ, ਪਹਿਲੇ ਕਹਿ ਚੁੱਕਿਆ 1498 ਦੇ ਵਿੱਚ ਕਿਹੜੀ ਪਹਿਲਾਂ ਆਪਣੀ ਕੰਪਨੀਜ਼ ਆ ਚੁੱਕੀ ਹੈ ਭਾਰਤ ਦੇ ਵਿੱਚ। ਪਹਿਲੀ ਕੰਪਨੀ ਆਉਣ ਵਾਲੀ ਹੈ ਪੁਰਤਗਾਲੀ, ਪੁਰਤਗੀਜ਼ ਜਾਂ ਪੁਰਤਗਾਲੀ, ਯਾਨੀ ਕਿ ਯੂਰਪੀਅਨ ਕੰਪਨੀਜ਼ ਆ ਰਹੀ ਹੈ। ਇਹ ਭਾਰਤ ਦੇ ਵਿੱਚ ਕਿਉਂ ਆ ਰਹੀ ਹੈ ਇਹਦੇ ਬਾਰੇ ਫੁੱਲ ਡਿਟੇਲ ਵਿੱਚ ਕਰਾਂਗੇ, ਛੋਟੀ ਛੋਟੀ ਜਾਣਕਾਰੀ ਆਪਾਂ ਤੁਹਾਨੂੰ ਦੇਵਾਂਗੇ ਆਪਣੇ ਨੈਕਸਟ ਵੀਡੀਓ ਦੇ ਵਿੱਚ ਫੁੱਲ ਡਿਟੇਲ ਦੇ ਵਿੱਚ। 1498 ਦੇ ਵਿੱਚ, ਉਸ ਤੋਂ ਬਾਅਦ 1595-96 ਦੇ ਵਿੱਚ ਡੱਚ ਕੰਪਨੀ ਬਣ ਰਹੀ ਹੈ। ਡੱਚ ਕੰਪਨੀ, ਇੱਕ ਇੱਥੇ ਚੀਜ਼ ਜ਼ਰੂਰ ਸਮਝਿਓ ਜੀ ਕਿ ਕਈ ਵਾਰੀ ਕੀ ਕਹਿ ਦਿੱਤਾ ਜਾਂਦਾ ਹੈ ਕਿ ਡੱਚ ਕੰਪਨੀ ਬਾਅਦ ਚ ਆ ਰਹੀ ਹੈ, ਇਸ ਤੋਂ ਪਹਿਲਾਂ ਬ੍ਰਿਟਿਸ਼ ਆ ਰਹੀ ਹੈ। ਉਹ ਕੰਪਨੀ ਆਉਣ ਦਾ ਟਾਈਮ ਪੀਰੀਅਡ ਹੈ, ਬਣਨ ਦਾ ਟਾਈਮ ਪੀਰੀਅਡ ਪਹਿਲਾਂ ਡੱਚ ਕੰਪਨੀ ਬਣ ਚੁੱਕੀ ਸੀਗੀ 1595-96 ਦੇ ਵਿੱਚ। ਉਸ ਤੋਂ ਬਾਅਦ ਬ੍ਰਿਟਿਸ਼ ਕੰਪਨੀ ਆਪਣੀ ਜਿਹੜੀ ਹੈ 1600 ਦੇ ਵਿੱਚ ਬਣ ਚੁੱਕੀ, ਯਾਨੀ ਕਿ ਅੰਗਰੇਜ਼ੀ ਜਾਂ ਬ੍ਰਿਟਿਸ਼ ਕੰਪਨੀ ਆਪਾਂ ਬੋਲ ਦਿੰਦੇ ਇਹਨੂੰ, ਬ੍ਰਿਟਿਸ਼ ਕੰਪਨੀ। ਉਸ ਤੋਂ ਬਾਅਦ 1616 ਦੇ ਵਿੱਚ ਆਪਣੀ ਡੈਨਿਸ਼ ਕੰਪਨੀ ਆ ਰਹੀ ਹੈ। ਉਸ ਤੋਂ ਬਾਅਦ 1664 ਦੇ ਵਿੱਚ ਆਪਣੀ ਕਿਹੜੀ ਕੰਪਨੀ ਆ ਰਹੀ ਹੈ? ਫ੍ਰਾਂਸੀਸੀ ਕੰਪਨੀ ਆ ਰਹੀ ਹੈ। ਯਾਨੀ ਕਿ ਇਹ ਕੰਪਨੀਆਂ ਜਿਹੜੀ ਕਿ ਭਾਰਤ ਨਾਲ ਵਪਾਰ ਕਰਨਾ ਚਾਹੁੰਦੀ ਹੈ ਜਾਂ ਜਿਨ੍ਹਾਂ ਨੇ ਵਪਾਰ ਕੀਤਾ ਹੈ। ਇੱਕ ਗੱਲ ਹੋਰ ਯਾਦ ਰੱਖਿਓ ਜੀ, ਸਭ ਤੋਂ ਪਹਿਲਾਂ ਕੰਪਨੀ ਕਿਹੜੀ ਆਈ ਸੀਗੀ 1498 ਦੇ ਵਿੱਚ? ਵਾਸਕੋ ਡੀ ਗਾਮਾ ਆਇਆ ਸੀਗਾ। ਜਿਹੜਾ ਫਸਟ ਯੂਰਪੀਅਨ ਹੈ ਜਿਹੜਾ ਵਪਾਰ ਕਰਨ ਆਇਆ ਸੀਗਾ, ਵਾਸਕੋ ਡੀ ਗਾਮਾ 1498 ਦੇ ਵਿੱਚ ਕਾਲੀਕਟ ਬੰਦਰਗਾਹ ਤੇ। 1498 ਵਿੱਚ ਆ ਰਿਹਾ, ਸਭ ਤੋਂ ਪਹਿਲਾਂ ਪੁਰਤਗਾਲੀ ਆ ਰਿਹਾ ਤੇ ਸਭ ਤੋਂ ਲਾਸਟ ਵੀ ਪੁਰਤਗਾਲੀ ਜਾ ਰਿਹਾ। ਇੱਕ ਕੁਐਸਚਨ ਤੁਹਾਡਾ ਇਹ ਬਣਦਾ ਕਿ ਸਭ ਤੋਂ ਪਹਿਲਾਂ ਯੂਰਪੀਅਨ ਕੰਪਨੀ ਭਾਰਤ ਵਿੱਚ ਕਿਹੜੀ ਆਈ ਸੀਗੀ? ਪੁਰਤਗਾਲੀ ਆਈ ਸੀ। ਤੇ ਸਭ ਤੋਂ ਲਾਸਟ ਕੰਪਨੀ ਕਿਹੜੀ ਗਈ ਸੀ ਭਾਰਤ ਦੇ ਵਿੱਚੋਂ? ਪੁਰਤਗਾਲੀ ਗਈ ਸੀ। ਕਦੋਂ ਗਈ ਸੀਗੀ? 1961 ਦੇ ਵਿੱਚ, ਜਦੋਂ ਉਹ ਗੋਆ ਦਾ ਜਿਹੜੀ ਜਗ੍ਹਾ ਹੈ ਆਪਣੇ ਕੋਲ ਅੱਜ ਉਹ ਛੱਡ ਕੇ ਗਏ ਸੀ। ਆਪਣੀ ਪ੍ਰਾਪਰਟੀ ਸਮਝਦੇ ਸੀ ਗੋਆ ਨੂੰ ਕਿ ਸਾਡਾ ਗੋਆ ਹੈ, ਬਟ ਨਹੀਂ, ਇੰਡੀਅਨ ਕਹਿੰਦੇ ਸਾਡਾ ਹੈ, ਤੁਸੀਂ ਤਾਂ ਕਬਜ਼ਾ ਕੀਤਾ ਹੋਇਆ ਸੀ। ਬਾਅਦ ਚ ਜਿਵੇਂ ਵੀ ਆਪਾਂ ਕੁਝ ਸੈਨਿਕ ਕਾਰਵਾਈ ਕੀਤੀ, ਕੁਝ ਸਮਝੌਤੇ ਕੀਤੇ, ਉਸ ਤੋਂ ਬਾਅਦ ਗੋਆ ਨੂੰ ਆਪਣੇ ਅੰਡਰ ਕੀਤਾ ਹੈ। ਉਹ 1961 ਤੋਂ ਆਜ਼ਾਦ ਕਰਵਾਇਆ ਆਪਾਂ ਕਿਹਨਾਂ ਦੇ ਹੱਥੋਂ? ਪੁਰਤਗਾਲੀਆਂ ਦੇ ਹੱਥੋਂ। ਯਾਨੀ ਕਿ ਸਭ ਤੋਂ ਪਹਿਲਾਂ ਪੁਰਤਗਾਲੀ ਆ ਰਿਹਾ, ਸਭ ਤੋਂ ਬਾਅਦ ਪੁਰਤਗਾਲੀ ਆ ਰਿਹਾ, ਇਹ ਧਿਆਨ ਚ ਰੱਖਣਾ ਹੈ। ਹੁਣ ਦੇਖੋ ਪੁਰਤਗਾਲੀ ਹੈ, ਡੱਚ ਆ ਰਿਹਾ, ਬ੍ਰਿਟਿਸ਼ ਆ ਰਿਹਾ, ਡੈਨਿਸ਼ ਆ ਰਿਹਾ, ਫ੍ਰਾਂਸਿਸ ਆ ਰਿਹਾ।
ਇਹ ਪਾਣੀ ਦੇ ਰਸਤੇ ਭਾਰਤ ਨਾਲ ਵਪਾਰ ਕਰਨ ਆ ਰਿਹਾ। ਹੁਣ ਇੱਥੇ ਗੱਲ ਇਹ ਵੀ ਕਲੀਅਰ ਕਰਨਾ ਚਾਹੁੰਦਾ ਕਿ ਪਾਣੀ ਦੇ ਰਸਤੇ ਕਿਉਂ ਆਏ ਸੀਗੇ। ਭਾਰਤ ਮੰਨ ਲਓ ਇੱਥੇ ਹੈ, ਇਹ ਭਾਰਤ ਆਪਣੇ ਕੋਲ, ਇਹ ਇਸ ਰਸਤੇ ਆ ਰਿਹਾ, ਇੱਥੇ ਆਪਣੇ ਕੋਲ ਅਫਰੀਕਾ ਮਹਾਦੀਪ ਰਹਿਣ ਵਾਲਾ, ਯਾਨੀ ਕਿ ਪੂਰਾ ਰਾਉਂਡ ਕਰਕੇ ਫਿਰ ਆ ਰਿਹਾ। ਇੱਥੋਂ ਜੇਕਰ ਯੂਰਪੀਅਨ ਕੰਟਰੀ ਇੱਥੇ ਹੈ ਤਾਂ ਇੱਥੋਂ ਸਿੱਧਾ ਕਿਉਂ ਨਹੀਂ ਆ ਰਿਹਾ? ਤਾਂ ਕਾਰਨ ਸੀਗੇ ਕਿ ਸਿੱਧਾ ਕਿਉਂ ਨਹੀਂ ਆ ਰਹੇ, ਇਸ ਰਸਤੇ ਕਿਉਂ ਨਹੀਂ ਆ ਰਹੇ, ਪਾਣੀ ਦੇ ਰਸਤੇ ਕਿਉਂ ਆਇਆ। ਕਿਸੇ ਨੂੰ ਸ਼ੌਂਕ ਨਹੀਂ ਹੁੰਦਾ ਇੰਨਾ ਦੂਰੋਂ ਉੱਪਰੋਂ ਜਾ ਕੇ ਆਏ। ਹੁਣ ਮੰਨ ਲਓ ਮੈਂ ਹਬੋਰ ਦੇ ਵਿੱਚ ਖੜਿਆ ਹਾਂ ਤੇ ਮੈਂ ਫਾਜ਼ਿਲਕਾ ਜਾਣਾ ਹੋਵੇ ਤਾਂ ਮੈਂ ਸਿੱਧਾ ਰਸਤਾ ਫੜੂੰਗਾ ਕਿ ਫਾਜ਼ਿਲਕਾ ਤੋਂ ਫਿਰੋਜ਼ਪੁਰ ਜਿਹੜੀ ਰੋਡ ਹੈ ਜਾਂ ਹਬੋਰ ਫਾਜ਼ਿਲਕਾ ਫਿਰੋਜ਼ਪੁਰ ਰੋਡ ਉਹੀ ਫੜੂੰਗਾ। ਮੇਰਾ ਇਹ ਮਕਸਦ ਨਹੀਂ ਹੋਏਗਾ ਕਿ ਮੈਂ ਪਹਿਲਾਂ ਮਲੋਟ ਜਾऊं ਫਿਰ ਬਠਿੰਡਾ ਜਾऊं ਫਿਰ ਫਾਜ਼ਿਲਕਾ ਆऊं। ਤਾਂ ਉਹੀ ਰਸਤਾ ਇਹਨਾਂ ਨੇ ਇਹ ਬਣਾਉਣਾ ਚਾਹੀਦਾ ਸੀਗਾ, ਬਟ ਕੋਈ ਕਾਰਨ ਸੀਗਾ, ਕੋਈ ਰੀਜ਼ਨ ਸੀਗਾ ਕਿ ਇਹ ਰਸਤਾ ਇਹਨਾਂ ਨੂੰ ਛੱਡ ਕੇ ਇਸ ਰਸਤੇ ਭਾਰਤ ਵਿੱਚ ਐਂਟਰੀ ਕਰਨੀ ਪਈ ਹੈ। ਕਿਉਂ ਕਰਨੀ ਪਈ ਹੈ ਉਹ ਆਪਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਜ਼ਰੂਰ ਦੱਸਾਂਗੇ ਕਿਉਂ ਕਰਨੀ ਪੈ ਗਈ ਸੀ। ਹੁਣ ਇੱਕ ਕੰਪਨੀਜ਼ ਆ ਰਹੀ ਹੈ, ਚਾਰੇ ਕੰਪਨੀਜ਼, ਸੌਰੀ 5, 1498 ਵਿੱਚ ਪੁਰਤਗਾਲੀ, ਇਹ 1495 ਦੇ 96 ਦੇ ਵਿੱਚ ਕੰਪਨੀ ਬਣ ਰਹੀ ਹੈ, ਬਟ ਇਸ ਨੇ 1602 ਦੇ ਵਿੱਚ ਭਾਰਤ ਦੇ ਵਿੱਚ ਆਪਣੀ ਐਂਟਰੀ ਕੀਤੀ। ਧਿਆਨ ਰੱਖਿਓ ਜੀ, ਇਸ ਕਰਕੇ ਜਦੋਂ ਵਪਾਰ ਦੀ ਗੱਲ ਆਉਂਦੀ ਹੈ ਇਹ ਡੱਚ ਕੰਪਨੀ ਇੱਥੇ ਆ ਕੇ ਸਟੈਂਡ ਕਰ ਜਾਂਦੀ ਹੈ। ਬ੍ਰਿਟਿਸ਼ ਕੰਪਨੀ 1600 ਦੇ ਵਿੱਚ ਬਣ ਰਹੀ ਹੈ ਤੇ 1600 ਤੋਂ ਬਾਅਦ 1608 ਦੇ ਵਿੱਚ ਆਪਾਂ ਵਿਲੀਅਮ ਹੌਕਿੰਗਸ ਦਾ ਗੱਲ ਕਰਦੇ ਹਾਂ ਕਿ ਉਹ ਭਾਰਤ ਵਿੱਚ ਵਪਾਰ ਕਰਨ ਦੀ ਅਨੁਮਤੀ ਚਾਹੁੰਦਾ ਕਿ ਇਹਦੇ ਕੋਲ ਜੰਗ ਦੀ, ਬਟ ਇਹ ਗੱਲ ਹੋਰ ਵੀ ਕਲੀਅਰ ਕਰਾਂਗੇ ਆਪਾਂ ਜਦੋਂ ਟੌਪਿਕ ਅੱਗੇ ਜਾਵਾਂਗੇ। ਫਿਰ 1616 ਦੇ ਵਿੱਚ ਡੈਨਿਸ਼ ਕੰਪਨੀ ਉੱਪਰ ਤੇ ਭਾਰਤ ਵਿੱਚ ਵਪਾਰ ਕਰਨ ਆ ਰਹੀ ਹੈ। ਫਿਰ 1664 ਦੇ ਵਿੱਚ ਫਰਾਂਸੀਸੀ ਹੈ ਜਿਹੜੇ ਹੈ ਉਹ ਵਪਾਰ ਕਰਨ ਵਾਸਤੇ ਆ ਰਹੇ ਆ। ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਮਾਡਰਨ ਹਿਸਟਰੀ ਦੇ ਵਿੱਚ ਬਰੀਫਲੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਪੁਰਤਗਾਲੀ ਤਾਂ ਜ਼ਰੂਰ ਹੈ, ਬਟ ਜਿਹੜਾ ਜ਼ਿਆਦਾ ਆਪਾਂ ਸਟ੍ਰੈਸ ਜਾਂ ਜ਼ਿਆਦਾ ਕੁਐਸਚਨ ਪੁੱਟ ਆਪਣੇ ਕੋਲ ਕੀਤੇ ਜਾਂਦੇ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਉਹ ਬ੍ਰਿਟਿਸ਼ ਕੰਪਨੀ ਤੋਂ ਹੀ ਕੀਤੇ ਜਾਂਦੇ ਜਾਂ ਅੰਗਰੇਜ਼ਾਂ ਦੇ ਰਾਜ ਤੋਂ ਕੀਤੇ ਜਾਂਦੇ ਆ। ਭਾਰਤ ਦੇ ਇਤਿਹਾਸ ਅੰਗਰੇਜ਼ਾਂ ਦੇ ਇਤਿਹਾਸ ਤੋਂ ਹੀ ਸਟਾਰਟ ਹੁੰਦਾ। ਜਦੋਂ ਅੰਗਰੇਜ਼ਾਂ ਦੀ ਐਂਟਰੀ ਹੁੰਦੀ ਹੈ ਤਾਂ ਆਪਾਂ ਇੰਗਲਿਸ਼ ਕਹਿ ਸਕਦੇ ਹਾਂ ਕਿ ਇੰਗਲਿਸ਼ ਲੋਕਾਂ ਦੀ ਐਂਟਰੀ ਤੋਂ ਹੀ ਭਾਰਤ ਆਧੁਨਿਕ ਭਾਰਤ ਦੇ ਇਤਿਹਾਸ ਦੀ ਆਪਣੀ ਇਤਿਹਾਸ ਯਾਨੀ ਕਿ ਸਟਾਰਟ ਹੋ ਜਾਂਦਾ ਹੈ। तो आप गल करते हैं कि ये जी कंपनी है ब्रिटिश कंपनी है 1599 ਦੇ ਵਿੱਚ 1599 इंग्लैंड की सरकार ਦੇ ਨਾਲ कुछ लोगों ने राबता कायम किया मीनस मीटिंग की है। इन्होंने लोगों ने 1599 महाराणी भी इस मीटिंग के मौजूद है। तो इन्होंने लोगों ने मंग रखी कि सानू जिहड़े पूर्वी देश है ईस्ट वाले देश है उन्हां नाल वपार करने की अनुमति दी जाए। तो इस मीटिंग के डिसाइड किया गया कि हाँ वपार किया जाएगा किन्हां देशां नाल, पूर्वी देशां नाल, अधिकार दिता जाएगा पूर्वी देशां। एक कंपनी 31 दिसंबर 1600 ਦੇ ਵਿੱਚ बन के तैयार हो जाती है कि ब्रिटिश कंपनी जिन्होंने आप ईस्ट इंडिया कंपनी बोलते। एक ध्यान रखियो जी गल, ईस्ट इंडिया कंपनी जो नाम है बहुत बाद विच आया, बहुत लेट आया। 1600 ਦੇ ਵਿੱਚ इसका नाम ईस्ट इंडिया कंपनी नहीं सीगा, इसका नाम की सीगा वो आप अगली वीडियो जरूर दसांगे, फुल डिटेल च करवावांगे। बार बार वही शब्द दोहरा रहे हैं। तो 31 दिसंबर 1600 ਦੇ ਵਿੱਚ एक कंपनी बन के तैयार हो चुकी है। तो आप गल करते हैं हमेशा कि 1608 ਦੇ ਵਿੱਚ विलियम हॉकिंग्स ਜਿਹੜਾ हॉकिंग्स ਜਿਹੜਾ ਉਹ ਭਾਰਤ ਵਿੱਚ ਵਪਾਰ ਕਰਨ ਦੀ ਅਨੁਮਤੀ ਲੈਣ ਆ ਰਿਹਾ 1608 ਦੇ ਵਿੱਚ। ਜੇਕਰ ਆਪਾਂ ਇਧਰ ਭਾਰਤ ਦਾ ਇਤਿਹਾਸ ਦੂਸਰੀ ਸਾਈਡ ਵੇਖਦੇ ਹਾਂ, ਮੁਗਲਾਂ ਦਾ ਟਾਈਮ ਪੀਰੀਅਡ ਚੱਲ ਰਿਹਾ। ਮੁਗਲਾਂ ਦੇ ਵਿੱਚ ਕੌਣ ਸੀਗਾ ਇਸ ਟਾਈਮ ਦੇ ਵਿੱਚ? ਤਾਂ ਆਪਣਾ ਜਹਾਂਗੀਰ ਰਹਿਣ ਵਾਲਾ ਹੈ। ਜੇਕਰ ਤੁਸੀਂ ਥੋੜਾ ਆਪਾਂ ਇਧਰ ਮੈਂਸ਼ਨ ਵੀ ਕਰ ਦਿੰਦੇ ਹਾਂ 1526 ਤੋਂ ਲੈ ਕੇ 30 ਤੱਕ ਆਪਣੇ ਬਾਬਰ ਰਿਹਾ, 1530 ਤੋਂ 1556 तक हमायूं। ਇਹਦੇ ਵਿੱਚ 15 ਸਾਲਾਂ ਦਾ ਗੈਪ ਵੀ ਰਹਿਣਾ ਜਿਹੜਾ ਕਿ ਸੂਰੀਵੰਸ਼ ਆਏਗਾ, ਉਹ ਆਪਾਂ ਜਦੋਂ ਕਰਾਂਗੇ ਟੌਪਿਕ ਉਹਨੇ ਦੱਸਿਆ ਜਾਊਗਾ। 1556 ਤੋਂ ਲੈ ਕੇ 1605 ਤੱਕ ਅਕਬਰ, 1605 ਤੋਂ 1627 जहांगीर, 1627 तो वैसे 28 आएगा बट आप 27 मैंशन करते हैं, दसांगे क्यों इहदे विच इह गल कीती जांदी है 27 28 की। 1658 तक शाहजहां,
1658 ਤੋਂ ਲੈ ਕੇ 1707 औरंगजेब ਅੱਗੇ ਵੀ ਆਏ ਆ। ਔਰੰਗਜ਼ੇਬ ਤੋਂ ਬਾਅਦ ਬਹਾਦਰ ਸ਼ਾਹ 1 ਆਇਆ, ਉਹ ਦੱਸਿਆ ਸੀਗਾ ਫਰੁਖਸ਼ੀਰ ਹੈ, ਜਹਾਂਗੀਰ ਸ਼ਾਹ, ਮੁਹੰਮਦ ਸ਼ਾਹ ਰੰਗੀਲਾ ਹੈ, ਉਹ ਬਾਅਦ 'ਚ ਗੱਲ ਕਰਾਂਗੇ। ਵੈਸੇ ਤਾਂ ਹੁਣ ਇਹ ਦੇਖੋ 1608 1608 ਕਿਹਦੇ ਵਿੱਚ ਆ ਰਿਹਾ? ਇਸ ਟਾਈਮ ਪੀਰੀਅਡ ਦੇ 1605 ਤੋਂ 1627, ਯਾਨੀ ਕਿ ਉਸ ਟਾਈਮ ਕੌਣ ਸੀਗਾ ਭਾਰਤ ਦਾ ਮੁਗਲ ਸਮਰਾਟ? ਜਹਾਂਗੀਰ। ਜਿਸ ਟਾਈਮ ਵਿਲੀਅਮ ਹੌਕਿੰਗਸ ਜਿਹੜਾ ਐਂਟਰੀ ਕਰ ਰਿਹਾ ਭਾਰਤ ਵਿੱਚ ਅਨੁਮਤੀ ਵਪਾਰ ਲਈ ਅਨੁਮਤੀ ਚਾਹੁੰਦਾ। ਤਾਂ ਇਸ ਤੋਂ ਪਹਿਲਾਂ ਵੀ ਕੁਝ ਆਏ ਸੀ ਬੰਦੇ। ਇੱਕ ਆਏ ਸੀ 1601 ਦੇ ਵਿੱਚ ਤੇ ਇੱਕ ਆਇਆ ਸੀ 1604 ਦੇ ਵਿੱਚ। ਵਿਲੀਅਮ ਕੈਰੀਜ਼ ਆਇਆ ਸੀਗਾ ਤੇ ਇੱਕ ਇੱਥੇ ਆਪਣੇ ਕੋਲ ਆਇਆ ਸੀ 1604 ਦੇ ਵਿੱਚ ਜੌਨ ਮਿਲਟਨ। ਤਾਂ ਉਹ ਬੰਦਿਆਂ ਨੂੰ ਨਾਮ ਨਹੀਂ ਲਿਆ ਜਾਂਦਾ। ਵੈਸੇ ਇੱਕ ਵਾਰੀ ਆਪਾਂ ਕਹਿ ਸਕਦੇ ਇੱਕ ਕਿਸੇ ਦੁਕਾਨ ਤੇ ਜਾ ਕੇ ਜਾਂ ਕਿਸੇ ਦੇ ਘਰੇ ਜਾ ਕੇ ਆਪਾਂ ਥੋੜੀ ਬਹੁਤ ਗੱਲ ਕਰਦੇ ਹਾਂ ਵੀ ਹਾਂ ਅਸੀਂ ਇੱਦਾਂ ਚਾਹੁੰਦੇ ਹਾਂ, ਬਟ ਫੁੱਲੀ ਡਿਟੇਲ 'ਚ ਨਹੀਂ ਗੱਲ ਕੀਤੀ। ਤਾਂ ਇਹਨਾਂ ਕਰਕੇ ਇਸ ਕਰਕੇ ਇਹਨਾਂ ਦਾ ਨਾਮ ਜ਼ਿਆਦਾ ਹਿਸਟਰੀ ਵਿੱਚ ਨਹੀਂ ਲਿਆ ਜਾਂਦਾ। ਸਿੱਧਾ ਨਾਮ ਕਿਹਦਾ ਲੈਂਦੇ ਆ? 1608 ਦੇ ਵਿੱਚ ਵਿਲੀਅਮ ਹੌਕਿੰਗਸ। ਹਾਲਾਂਕਿ ਇਹਨੂੰ ਵੀ ਜਹਾਂਗੀਰ ਨੇ ਵਪਾਰ ਕਰਨ ਦੀ ਅਨੁਮਤੀ ਨਹੀਂ ਦਿੱਤੀ ਕਿ ਅਸੀਂ ਵਪਾਰ ਨਹੀਂ ਕਰਨਾ ਚਾਹੁੰਦੇ ਤੁਹਾਡੇ ਨਾਲ, ਸ਼ਾਇਦ ਤੁਸੀਂ ਪਤਾ ਨਹੀਂ ਕਿੱਦਾਂ ਦੇ ਕੀ ਕਰਨਾ ਚਾਹੁੰਦੇ ਹੋ। ਫਿਰ ਜਦੋਂ ਇਸ ਨੂੰ ਮਨਾ ਕੀਤਾ ਗਿਆ ਕਿ ਆਪਣੇ ਯਾਨੀ ਕਿ ਰਿਸ਼ਤੇ ਥੋੜਾ ਬਹੁਤ ਵਪਾਰ ਕਰਦਾ ਰਿਹਾ ਹੈ ਭਾਰਤ ਨਾਲ, ਯਾਨੀ ਕਿ ਚੋਰੀ ਛੱਪੇ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਥੋੜਾ ਬਹੁਤ ਵਪਾਰ ਕਰਦੇ ਰਿਹਾ, ਲਿੰਕ ਰਿਹਾ ਭਾਰਤ ਨਾਲ ਬ੍ਰਿਟਿਸ਼ ਕੰਪਨੀ ਦੇ। ਫਿਰ ਉਸ ਤੋਂ ਬਾਅਦ ਵਿਲੀਅਮ ਹੌਕਿੰਗਸ ਨੇ ਆਪਣੀ ਇਸ ਜਿਹੜੀ ਕੰਪਨੀ ਨੂੰ ਹੈ ਪਿੱਛੇ ਜਿਹੜੇ ਇਹਨਾਂ ਦੇ ਕਰਤਾ ਧਰਤਾ ਬੈਠੇ ਉਹਨਾਂ ਨੂੰ ਚਿੱਠੀ ਲੈਟਰ ਲਿਖਿਆ ਕਿ ਇਸ ਤਰ੍ਹਾਂ ਜਹਾਂਗੀਰ ਨਹੀਂ ਮੰਨ ਰਿਹਾ, ਇਹਨੂੰ ਮਨਾਉਣਾ ਚਾਹੀਦਾ ਕਿਸੇ ਤਰੀਕੇ, ਕੋਈ ਲੌਜਿਕ ਲੱਭੋ ਕਿਵੇਂ ਮਨਾਇਆ ਜਾਵੇ। ਤਾਂ ਉਹਨਾਂ ਕੋਲ ਇੱਕ ਤੁਰਕ ਦਾ ਹਿੱਕਾ ਸੀਗਾ। ਤੁਰਕ ਦਾ ਹਿੱਕਾ ਥਾਮਸਰੋ 1615 ਦੇ ਵਿੱਚ ਭਾਰਤ ਵਿੱਚ ਐਂਟਰੀ ਕਰ ਰਿਹਾ ਹੈ। ਇਹ ਤੁਰਕ ਦਾ ਇੱਕਾ ਸਾਬਤ ਹੋਏਗਾ ਕਿਉਂਕਿ ਬਹੁਤ ਜ਼ਿਆਦਾ ਇੰਟੈਲੀਜੈਂਟ ਹੈ, ਮਾਈਂਡ ਗੇਮ ਖੇਡਣ ਵਾਲਾ ਹੈ। ਇਸ ਨੇ ਜਹਾਂਗੀਰ ਦੇ ਦਰਬਾਰ ਵਿੱਚ ਆਪਣੀ ਪੇਸ਼ੀ ਪਾਈ ਹੈ ਤੇ ਪੇਸ਼ੀ ਪਾਉਣ ਤੋਂ ਬਾਅਦ ਕਿਆ ਹੈ ਕਿਵੇਂ ਇੱਕ ਮਾਈਂਡ ਆਪਾਂ ਆਪਣੀ ਗੱਲਾਂ ਵਿੱਚ ਲੈ ਕੇ ਆਉਣਾ। ਤਾਂ ਜਹਾਂਗੀਰ ਦੇ ਦਰਬਾਰ 'ਚ ਖੜਾ ਹੋ ਕੇ ਥੋਮਸਨ ਨੇ ਕਿਹਾ ਕਿ ਤੁਹਾਨੂੰ ਇਹਦੇ ਵਿੱਚ ਇੱਕ ਤਾਂ ਬੈਨੀਫਿਟ ਸਾਨੂੰ ਹੋਣ ਵਾਲਾ ਹੈ ਵੀ ਅਸੀਂ ਆਪਦਾ ਸਮਾਨ ਤੁਹਾਡੇ ਦੇਸ਼ ਵਿੱਚ ਵੇਚਾਂਗੇ, ਇਹਦੇ ਵਿੱਚ ਤੁਹਾਨੂੰ ਬੈਨੀਫਿਟ ਕੀ ਹੋਏਗਾ? ਤੁਸੀਂ ਸਾਡੇ ਕੋਲ ਜਿਹੜਾ ਟੈਕਸ ਕਲੈਕਟ ਕਰੋਗੇ, ਯਾਨੀ ਕਿ ਤੁਹਾਨੂੰ ਬੈਠੇ ਬਿਠਾਏ ਫ੍ਰੀ ਦੀ ਆਮਦਨ ਹੋਣ ਵਾਲੀ ਹੈ। ਤੁਸੀਂ ਕਿਉਂ ਮਨਾ ਕਰਨਾ ਚਾਹੁੰਦੇ ਹੋ ਸਾਨੂੰ? ਤਾਂ ਕੁਝ ਇੱਦਾਂ ਦੀਆਂ ਕਹਿੰਦੇ ਆ ਵੀ ਆਪਾਂ ਕਹਿੰਦੇ ਮਸਾਲੇ ਵਗੈਰਾ ਲਗਾ ਕੇ ਗੱਲਾਂ ਪੇਸ਼ ਕੀਤੀਆਂ। ਉਹਨਾਂ ਦੇ ਗੱਲਾਂ ਦੇ ਜਹਾਂਗੀਰ ਆ ਗਿਆ ਤਾਂ ਕਹਿੰਦਾ ਵਿਹਲਾ ਬੈਠਾ ਬਿਠਾਇਆ, ਮੈਨੂੰ ਪੈਸਾ ਮਿਲਣ ਵਾਲਾ, ਮੈਂ ਹੋਰ ਕੀ ਚਾਹੁੰਦਾ। ਜਿਹੜੀ ਕਿ ਆਪਣੀ ਗੱਲ ਵਿਲੀਅਮ ਹੌਕਿੰਗਸ ਨਹੀਂ ਕਹਿ ਪਾਇਆ ਉਹ ਥੋਮਸਨ ਨੇ ਕਹਿ ਦਿੱਤੀ। ਇਸ ਕਰਕੇ 1615 ਦੇ ਵਿੱਚ ਬ੍ਰਿਟਿਸ਼ ਕੰਪਨੀ ਨੂੰ ਆਪਾਂ ਕਹਿ ਸਕਦੇ ਹਾਂ ਲਿਖਤੀ ਰੂਪ ਦੇ ਵਿੱਚ ਅਨੁਮਤੀ, ਯਾਨੀ ਕਿ ਲਿਖਤੀ ਰੂਪ ਦੇ ਵਿੱਚ ਇਹ ਅਨੁਮਤੀ ਦੇ ਦਿੱਤੀ ਗਈ ਕਿ ਤੁਸੀਂ ਭਾਰਤ ਦੇ ਨਾਲ ਵਪਾਰ ਕਰ ਸਕਦੇ ਹੋ। ਉਸ ਤੋਂ ਬਾਅਦ ਕੰਟੀਨਿਊਲੀ ਭਾਰਤ ਨਾਲ ਵਪਾਰ ਚੱਲਦਾ ਰਿਹਾ 1615। ਹੁਣ ਇਹਦੇ ਵਿੱਚ ਕਈ ਦਿੱਕਤਾਂ ਵੀ ਆਉਣਗੀਆਂ, ਕਈ ਇਹਨਾਂ ਨੂੰ ਬੈਨੀਫਿਟ ਹੋਏਗਾ, ਲੋਸ ਹੋਏਗਾ, ਚੱਲਦਾ ਰਹੇਗਾ ਸਿਸਟਮ। ਹੁਣ ਇਹ ਕੰਪਨੀ ਆਉਣ ਦੇ ਨਾਲ ਭਾਰਤ ਦੇ ਇਤਿਹਾਸ ਕਿਵੇਂ ਬਦਲਣ ਵਾਲਾ ਹੈ ਤਾਂ ਉਹ ਆਪਾਂ ਗੱਲ ਕਰਦੇ ਹਾਂ 1757 ਦੇ ਪਲਾਸੀ ਦੀ ਲੜਾਈ, 1764 ਦੀ ਬਕਸਰ ਦੀ ਲੜਾਈ। ਉਸ ਤੋਂ ਬਾਅਦ ਐਕਟ ਬਣਨੇ ਸ਼ੁਰੂ ਹੁੰਦੇ ਆ। ਐਕਟ ਬਣਨ ਤੋਂ ਬਾਅਦ ਲਾਸਟ ਜਦੋਂ ਆਪਾਂ ਗੱਲ ਕਰਦੇ ਹਾਂ 1947 ਦੀ ਤਾਂ ਇੱਕ ਸੰਵਿਧਾਨ ਬਣਨ ਵਾਲਾ ਹੈ। ਤਾਂ ਉਹ ਐਕਟ ਹੀ ਹੈ ਜਿਨ੍ਹਾਂ ਕਰਕੇ ਸੰਵਿਧਾਨ ਬਣੇਗਾ। ਜਿੰਨੀ ਕਿ ਜੇਕਰ ਮੈਂ ਗੱਲ ਕਰਾਂ ਸਟਾਰਟਿੰਗ ਇੱਥੋਂ ਆਉਂਦੀ ਹੈ। ਇੱਕ ਗੱਲ ਹੋਰ ਧਿਆਨ ਰੱਖਿਓ ਜੀ, 31 ਦਸੰਬਰ 1600 ਜਾਂ 1599 ਵਿੱਚ ਇੰਗਲੈਂਡ ਦੀ ਮਹਾਰਾਣੀ ਕੌਣ ਰਹਿਣ ਵਾਲੀ ਹੈ ਤਾਂ ਐਲਿਜ਼ਾਬੇਥ। ਐਲਿਜ਼ਾਬੇਥ 1। ਫਿਰ 1857 ਦਾ ਵਿਦਰੋਹ ਹੋਇਆ ਸੀਗਾ, ਉਸ ਟਾਈਮ ਵਿਕਟੋਰੀਆ ਸੀਗੀ, ਮਹਾਰਾਣੀ ਵਿਕਟੋਰੀਆ। ਤੇ ਐਟ ਪ੍ਰੈਜ਼ੈਂਟ ਜਿਹੜੀ ਇੰਗਲੈਂਡ ਦੀ ਮਹਾਰਾਣੀ ਚੱਲ ਰਹੀ ਹੈ ਐਲਿਜ਼ਾਬੇਥ, ਪਿੱਛੇ ਆਪਾਂ 2 ਕਰਨਾ ਹੈ ਬਸ, ਐਟ ਪ੍ਰੈਜ਼ੈਂਟ ਜਿਹੜੀ ਚੱਲ ਰਹੀ ਹੈ ਉਸ ਟਾਈਮ ਐਲਿਜ਼ਾਬੇਥ 1 ਸੀਗੀ। ਉਸ ਤੋਂ ਬਾਅਦ ਹੁਣ ਜਿਹੜੀ ਆਪਣੀ ਐਟ ਪ੍ਰੈਜ਼ੈਂਟ ਚੱਲ ਰਹੀ ਹੈ ਐਲਿਜ਼ਾਬੇਥ 2 ਹੈ, ਜਿਹੜੀ ਹੈ ਇੰਗਲੈਂਡ ਦੀ ਮਹਾਰਾਣੀ ਰਾਜ ਕਰ ਰਹੀ ਹੈ। ਤਾਂ ਯਾਨੀ ਕਿ ਇੱਕ ਕੁਐਸਚਨ ਇੱਥੇ ਵੀ ਕਲੀਅਰ ਕਰਦਾ, ਪੁੱਛਿਆ ਵੀ ਜਾ ਸਕਦਾ ਕਿ 31 ਦਸੰਬਰ 1600 ਦੇ ਵਿੱਚ ਜਿਸ ਟਾਈਮ ਕੰਪਨੀ ਬਣ ਰਹੀ ਹੈ ਤਾਂ ਭਾਰਤ ਵਿੱਚ ਕਿਸ ਮੁਗਲ ਸਮਰਾਟ ਦਾ ਰਾਜ ਸੀਗਾ? ਤਾਂ ਚੁੱਪ ਕਰਕੇ ਸਾਰੇ ਕਿੱਥੇ ਜਾਂਦੇ ਆ? ਜਹਾਂਗੀਰ ਤੇ, ਕਿਉਂਕਿ ਉਹ ਅਨੁਮਤੀ ਦੇਣ ਵਾਸਤੇ ਉਹਦੇ ਕੋਲ ਹੀ ਆ ਰਿਹਾ ਹੈ ਵਿਲੀਅਮ ਹੌਕਿੰਗਸ ਵਗੈਰਾ। ਤਾਂ ਗਲਤ ਹੈ। ਵਿਲੀਅਮ ਹੌਕਿੰਗਸ ਜਹਾਂਗੀਰ ਦੇ ਦਰਬਾਰ ਵਿੱਚ ਪੇਸ਼ ਹੋਇਆ, ਬਟ ਜਹਾਂਗੀਰ ਨਹੀਂ ਸੀਗਾ ਜਿਸ ਟਾਈਮ ਕੰਪਨੀ ਬਣ ਰਹੀ ਹੈ। ਤਾਂ ਯਾਨੀ ਕਿ ਇਸ ਨੂੰ ਚੱਕ ਕੇ ਇੱਥੇ ਵੇਖੋ, ਦਿਖ ਰਿਹਾ ਕਿਤੇ ਨਹੀਂ, ਇਸ ਦੇ ਵਿੱਚ ਵੇਖ ਰਿਹਾ ਯਾਨੀ ਕਿ ਅਕਬਰ।
यानी कि जिस टाइम इंग्लैंड के विच कंपनी बन रही है तो उस टाइम भारत के विच किहदा राज सीगा, अकबर का राज सीगा। उस तो बाद इतिहास के पन्ने बदलते रहंदे आ। हुण देखो कहते आए तो व्यापार करन सीगे बट भारत राज करके बैठ गया ब्रिटिश कंपनी या ब्रिटिश लोग या ब्रिटिश सरकार। ਤਾਂ ਉਹਦੇ ਕਈ ਕਾਰਨ ਸੀਗੇ। ਇੱਕ ਤਾਂ ਆਪਣੀ ਆਪ ਦੀਆਂ ਕਮਜ਼ੋਰੀਆਂ ਸੀਗੀਆਂ ਤੇ ਦੂਸਰਾ ਨੰਬਰ ਇੰਗਲੈਂਡ ਦੇ ਜਿਹੜੇ ਹੈ ਲੋਕ ਬਹੁਤ ਚਲਾਕ ਸੀਗੇ, ਜਾਂ ਤੀਸਰਾ ਆਪਾਂ ਕਹਿ ਸਕਦੇ ਹਾਂ ਬੰਗਾਲ ਦਾ ਜਿਹੜਾ ਸੂਬੇਦਾਰ ਹੈ ਜਾਂ ਗਵਰਨਰ ਹੈ ਉਹਦੀਆਂ ਕਮਜ਼ੋਰ ਸਥਿਤੀਆਂ, ਜੋ ਆਪਸੀ ਉਹਨਾਂ ਦੇ ਲਿੰਕ ਵਧੀਆ ਨਹੀਂ ਸੀਗੇ ਮੁਗਲ ਸਮਰਾਟਾਂ ਨਾਲ, ਜਾਂ ਆਪਸੀ ਜਿਹੜੇ ਆਂਢ ਗੁਆਂਢ ਦੇ ਵਿੱਚ ਰਿਆਸਤਾਂ ਜਾਂ ਰਾਜ ਬੈਠੇ ਉਹਨਾਂ ਨਾਲ ਲਿੰਕ ਵਧੀਆ ਨਹੀਂ ਸੀ, ਜਿਨ੍ਹਾਂ ਨੇ ਉਹਨਾਂ ਦੀ ਮਦਦ ਨਹੀਂ ਕੀਤੀ ਤਾਂ ਕਿ ਉਹ ਜਿਹੜਾ ਯੁੱਧ ਹਾਰ ਗਿਆ ਸੀ। ਤਾਂ ਆਪਾਂ ਗੱਲ ਕਰਦੇ ਹਾਂ 1757 ਦੀ ਪਲਾਸੀ ਦੀ ਲੜਾਈ। ਹੁਣ ਪਲਾਸੀ ਦੀ ਲੜਾਈ ਕਿਹਨਾਂ ਕਿਹਨਾਂ ਵਿਚਕਾਰ ਹੋਈ ਹੈ? ਸਰਾਜੂਦੌਲਾ ਜਿਹੜਾ ਕਿ ਬੰਗਾਲ ਦਾ ਸੂਬੇਦਾਰ ਹੈ। ਦੂਸਰੀ ਸਾਈਡ ਕੌਣ ਹੈ? ਬ੍ਰਿਟਿਸ਼। ਤੇ ਬ੍ਰਿਟਿਸ਼ ਨੂੰ ਜਿਹੜਾ ਲੀਡ ਕਰ ਰਿਹਾ ਹੈ ਉਹ ਸੀਗਾ ਰੋਬਰਟ ਕਲਾਈਵ। ये नाम याद रखिए, बहुत तंग करेगा तो हर एक जगह ही नाम तुरया फिरदा हुंदा रॉबर्ट क्लाइव। ब्रिटिश वालों कौन लड़ रहा? रॉबर्ट क्लाइव। बंगाल का जिहड़ा सूबेदार है कौन है? सराजुद्दौला। एक सजाउद्दौला ते एक सराजुद्दौला, ध्यान रखियो जो दोनों कन्फ्यूज हो जाते कई बार कि सराजुद्दौला कौन है तो सजाउद्दौला कौन है। सजाउद्दौला बाद च आपां गल करांगे, पहला गल कर रहे हैं सराजुद्दौला दी। कौन सीगा? बंगाल का सूबेदार। ये बंगाल का सूबेदार है सराजुद्दौला, जिन्होंने विच पलासी लड़ाई हुई सी 1757, जिहदे विच इस पर्सन की हार हुई है, रॉबर्ट क्लाइव जित गया सीगा। हुण कुछ पैर पसारने शुरू करते सीगे पलासी दे युद्ध तो बाद या जित तो बाद इंग्लैंड की सरकार या इंग्लैंड की कंपनी ने। उस तो बाद युद्ध होएगा बक्सर का। बक्सर की लड़ाई होएगी कदों होएगी? 1764 ਦੇ ਵਿੱਚ। 1764 ਦੇ ਵਿੱਚ बक्सर की लड़ाई। हुण कौन कौन लड़ रहा? तो याद रखियो जी, वो आप डिटेल च करांगे जो भी गल करांगे। सराजुद्दौला तो बाद सूबेदार कौन बनया, किवें बनया, मीर जाफर आएगा, मीर जाफर तो बाद मीर कासम आएगा, फिर मीर जाफर बनेगा, तो वो आप अलग गल करांगे। जिस टाइम बक्सर की लड़ाई हो रही है उस टाइम बंगाल का सूबेदार कौन सीगा? तां मीर जाफर। हुण इत्थे सारे दे माइंड च एकदम क्वेश्चन खड़ा हो गया ना कि मीर जाफर किवें हो सकदा? बंगाल का सूबेदार उस टाइम दा मीर कासिम सीगा। गलत है। मीर कासिम उस टाइम बंगाल का सूबेदार नहीं सीगा। मीर कासिम नूं गद्दी तो उठा दिता गया सीगा, इस करके ही बक्सर का युद्ध होया सीगा। तो उस टाइम मीर जाफर गद्दी ते बैठा सी जिस टाइम ये लड़ाई हो रही है। ध्यान दिओ जी। हुण मीर जाफर बंगाल का सूबेदार है तो गद्दी तो किहनूं उठाया गया सीगा? मीर कासिम। मीर कासिम नूं गद्दी तो उठाउण करके लड़ाई हो रही है किहनां किहनां विचकार? इधरों ब्रिटिश आ रहा फिर तो, ते ब्रिटिश नूं जिहड़ा लीड कर रहा कौन कर रहा है? हैक्टर मुनरो। ब्रिटिश वालों हैक्टर मुनरो आ रहा। बंगाल जिहड़ा बंगाल का सूबेदार हटाया किहनूं गया सीगा? मीर कासिम नूं हटाया गया सीगा। इस करके ब्रिटिश के खिलाफ युद्ध की चेतावनी या युद्ध छेड़ दिता है। जिहड़ा युद्ध की है बक्सर लड़ाई नाल ना जाणिया जांदा। कदों होया? 1764 दे विच हो रहा। हुण इहदे विच इस दी हैल्प करन वास्ते कौन आ रहा? एक तां मुगल सम्राट आएगा, आलम शाह। दूसरा अवध
ਸਜਾਊ ਦੌਲਾ। ਉਹਨਾਂ ਦਾ ਰੱਖਿਓ ਜੀ, ਸਜਾਊ ਦੌਲਾ ਤੇ ਸਰਾਜੂ ਦੌਲਾ ਹੀ ਫਰਕ है। अवध का नवाब कौन रहने वाला? सजाऊ दौला। तो इधर मुगल सम्राट शाह आलम मीर कासिम की हैल्प कर रहा कि खिलाफ? ब्रिटिश हैक्टर मोनरो। इहदे विच फिर इस बंदे की हार हुई, यानी कि तीनों ही हार गए। जित की हुई है हैक्टर मोनरो की, यानी कि आप कह सकते हैं भारत इतिहास के विच बक्सर की लड़ाई एक युग पलटू या युग का आप कह सकते हैं चेंज होने वाला सीगा, ਜਾਂ ਭਾਰਤ ਇਤਿਹਾਸ ਵਿੱਚ ਬਹੁਤ ਵੱਡੀ ਚੇਂਜਿੰਗ ਹੋਣ ਵਾਲੀ ਸੀਗੀ, ਇਤਿਹਾਸ ਬਦਲਣ ਵਾਲਾ ਸੀਗਾ ਬਕਸਰ ਦੇ ਯੁੱਧ ਕਾਰਨ। ਕਿਉਂ? ਕਿਉਂਕਿ ਜਦੋਂ ਬਕਸਰ ਦਾ ਯੁੱਧ ਜਿੱਤਿਆ ਤਾਂ ਇਹਨਾਂ ਦਾ ਸਿੱਧਾ ਸਿੱਧਾ ਹੁਣ ਕਿਹਦੇ ਦਾ ਮੁਕਾਬਲਾ ਸੀਗਾ? ਮੁਗਲ ਸਮਰਾਟ, ਜਿਹੜਾ ਕਿ ਦਿੱਲੀ 'ਚ ਬੈਠਾ, ਜਿਹਨੇ ਕਿ ਭਾਰਤ ਦੇ ਮੁਗਲ ਸਮਰਾਟ ਯਾਨੀ ਕਿ ਭਾਰਤ ਦੇ ਸਮਰਾਟ ਨੂੰ ਹਰਾਇਆ ਗਿਆ ਇਸ ਯੁੱਧ ਦੇ ਵਿੱਚ। ਤਾਂ ਆਪਾਂ ਕਹਿ ਸਕਦੇ ਹਾਂ ਪੂਰਾ ਤਖਤਾ ਬਦਲ ਚੁੱਕਾ ਹੈ ਭਾਰਤ ਦੇ ਇਤਿਹਾਸ ਦਾ। ਜਿਸ ਟਾਈਮ ਇਹ ਹਾਰਿਆ, ਇੱਧਰੋਂ अवध का नवाब भी हार चुकिया, मीर कासिम हार चुकिया, मीर जाफर गद्दी ते बैठा कितने? बंगाल की। इहदे विच फिर ब्रिटिश कंपनी ने मुगल सम्राट नाल संधि की सी, इलाहाबाद की संधि 1765 दे विच, जिहदे विच शर्तां मनवाईयां गईयां। गल करांगे जरूर उहदे बारे भी। इहदे विच कई शर्तां रखियां जी मनवाईयां गईयां, अवध दे नवाब कोल मनवाईयां गईयां। इधरों मीर कासिम तां खत्म ही हो चुकिया है, मीर जाफर आएगा उस तो बाद कठपुतली ही सी मीर जाफर किन्हां दी? ब्रिटिश लोगों की। हुण इन्हां युद्धां तो बाद इंग्लैंड की सरकार नूं भी लग्गिया कि नहीं, जेकर आप भारत विच व्यापार करना चाहुंदे हां तां लड़ाइयां झगड़े नाल नहीं सरना। जिन्ना को आप कमावांगे लड़ाई झगड़े च लाई गए तो बस खत्म, फिर तो आप की कमाया की गवाया, तो वही गल है ना। इस करके इन्होंने कहा भी कोई इदां दी सिचुएशन या इदां दा कोई टैक्नीकल चीज़ां जां आपां कह सकते हैं कोई इदां दी कंडीशन पैदा करनी चाहिए है कि आपां नूं लॉस भी ना होवे ते आपां भारत विच व्यापार भी वधिया तरीके नाल कर सकीए। तो इस करके भारत के इतिहास विच आपां गल करते हैं कि रॉबर्ट क्लाइव जिहड़ा आपां ओह बंगाल का पहला गवर्नर मन्निया जाता है। उसने इंग्लैंड की सरकार नाल गल की कि आपां नूं कुछ करना चाहिए, इदां दे कंडीशनां दे विच कुछ आपां नूं इहो जी तकनीक नहीं यूज़ करनी चाहिए कि अपना लॉस ना हो। तो इंग्लैंड सरकार ने भी सोचा, इंग्लैंड की कंपनी ने भी सोचा कि आपां नूं करना चाहिए कि आपां युद्धां च उगे रहे तो आपां वार नहीं कर सकते। तो इस करके एक्ट आने आया। हुण एक्ट आने वाला है तो सब तो पहला भारत विच इंग्लैंड की सरकार ने, इंग्लैंड की कंपनी ने किहड़ा एक्ट भेजा? तो वह भेजा सीगा 1773 दे विच एक्ट आया सीगा रेगूलेटिंग एक्ट। कदों आया? 1773 दे विच। कित्थे आया? भारत दे विच। 1773 दे विच रेगूलेटिंग एक्ट। हुण रेगूलेटिंग एक्ट दे विच की सीगा? रेगूलेटिंग अपने रेगूलेटरी हुंदा है, जिवें इहनूं मर्जी मोल्ड कर सकते हैं, जदों मर्जी अपन लोड़ पई अपन चेंज कर सकते हैं। इस करके इहनूं नाम ही रखा गया रेगूलेटिंग एक्ट। हुण इस दे विच की है जिहड़ा एक्ट आ रहा 1773 दे विच, सब तो पहला इहदे विच की चेंज किया गया कि बंगाल का जिहड़ा सूबेदार सीगा, सॉरी बंगाल का जिहड़ा गवर्नर सीगा उसनूं की बना दिता गया? हुण बंगाल का गवर्नर जनरल। बंगाल के गवर्नर नूं हुण नवीं पोस्ट दे दी गई है बंगाल का गवर्नर जनरल। किस एक्ट राही? 1773 वाले एक्ट राही। तो फस्ट जिहड़ा बंगाल का गवर्नर जनरल किहनूं बनाया गया? तो वह सीगा वार्न हेस्टिंग। बंगाल जिहड़ा दा गवर्नर जनरल वार्न हेस्टिंग बनया, इहदे थल्ले काम करनगियां दो प्रेजिडेंसियां। किहड़ियां करनगियां? बंबे प्रेजिडेंसी ते मद्रास जा चेन्नई, आप जिंदी अज गल करते हैं चेन्नई प्रेजिडेंसी, इहदे अंडर काम करनगियां वार्न हेस्टिंग। ये कौन सीगा? बंगाल का गवर्नर जनरल। फस्ट क्वेश्चन ये भी पूछ लिया कि फस्ट बंगाल का गवर्नर जनरल कौन सीगा? तो वार्न हेस्टिंग। ये याद रखिए, पहला गवर्नर कौन सीगा, पहला गवर्नर जनरल कौन सीगा, बंगाल का कौन सीगा, फिर पूछते हैं पूरे भारत का गवर्नर जनरल कौन सीगा, फिर पूछते हैं पहला
पूरे भारत का वायसराय कौन सीगा, फिर पूछते हैं पूरे भारत का पहला आज़ाद भारत का पहला वायसराय कौन सीगा, फिर पूछते हैं पहला गवर्नर जनरल जो आज़ादी होने तो बाद भारतीय किहड़ा सीगा। वो अलग अलग क्वेश्चन बनणगे, वो आप सारे फुल डिटेल भी गल करांगे उन्हां बारे। हुण आपां गल कर रहे हैं रेगूलेटिंग एक्ट आ रहा कदों आ रहा 1773 के इस तहत की किया गया, सब तो महत्वपूर्ण या मेन काम किया गया बंगाल के गवर्नर जनरल बनाता गया, तो किहड़ा बनिया सीगा वार्न हैस्टिंग। तो वार्न हैस्टिंग ने सब तो पहला ही जो ही एंट्री की है, वैसे ओनली गवर्नर की गल करते हैं तो 1772 के बनया सीगा। 1772 वार्न हैस्टिंग ओनली गवर्नर जो आप गल करते हैं बनया सीगा। जो गवर्नर जनरल की गल करते हैं 1773 तो जो वार्न हैस्टिंग गवर्नर जनरल बनने सब तो पहले ना दोहरी शासन प्रणाली खत्म करती, ये याद रखनी आप मेन क्वेश्चन ही बन जाता है दोहरी शासन प्रणाली। दोहरी शासन प्रणाली सुन लो, नीचे स्पेस घट है तो लिखना औखा हो जाएगा। तो आप गल करते हैं कि दोहरी शासन प्रणाली यानी कि दो शक्तियां काम करनिया कितने बंगाल के विच, तो कदों कर रही 1765 के किने करवाइया सीगा रॉबर्ट क्लाइव द्वारा, कि एक शक्ति बंगाल का टैक्स कलैक्ट करेगी तो एक शक्ति बंगाल का सारा प्रशासनिक व्यवस्था वेखेगी, यानी कि फौजदारी ते दीवानी। दीवानी तो समझ लो दीवानी मीनस पैसा, पैसे का लैन देन कौन रखेगी ब्रिटिश कंपनी। तो उस तो बाद जेकर फौजदारी यानी कि फौज यानी कि प्रशासनिक व्यवस्था पुलिस वगैरह का विभाग किहदे कोल होएगा नवाब कोल, कित्थों दे बंगाल दे। यानी कि पैसा तो आप सांभिया इंग्लैंड वालियां ने, यानी कि बाकी सारा तुसीं लैण देन वेखो किवें अपने लोकां नूं डंडा मारना है, किवें उन्हां नूं सुधारना है, वो तुसीं वेखो। असीं व्यापार करांगे तो पैसा इकट्ठा करांगे, ये किन्हां ने कहा ब्रिटिश कंपनी ने। अगे भी करेंगे कि बंगाल यही ब्रिटिश कंपनी द्वारा या ब्रिटिश लोगों द्वारा अपन डंडा फड़ाया गया सीगा पुलिस के हत्थ में, अज उही डंडा अपने लोगों से अज भी उस तरह यूज हो रहा, जिस तरह उन्होंने अपने ते यूज किया सीगा, वही कंसैप्ट अज भी चल रहा है। किते न किते उही चीज़ां चल रही, उन्होंने सिर्फ अपने लोगों को कुट्टण वास्ते डंडा फड़ाया सीगा हत्थ में, अज लोगों को कुट्टिया जा रहा है। वो आप बात की गल है। तो बंगाल का गवर्नर जनरल कौन बन चुका है वार्न हैस्टिंग। हुण इस रेगूलेटिंग एक्ट के तहत 1773 एक 4 मैंबरी कमेटी स्थापित की गई, 4 मैंबरी जिंदे 4 मैंबर होंगे। तो थोड़ा जिहा मैं तुहानूं दस दा कि पहली जी कमेटी बनी सी 4 मैंबरी जिंदे अंडर गवर्नर जनरल के अंदर 4 मैंबर बननगे। तो वह नाम याद रखिए कैरवेल, बॉरवेल, फिलिप ते मानसन, ये 4 बंदे जिहड़े पहली ब्रिटिश वालों कमेटी बनाई गई सी, 4 मैंबरी कमेटी बनाई सी। 1773 के उदों ये 4 बंदियां नूं जगह मिली सी इस कमेटी के विच। ये सीगा अपना रेगूलेटिंग एक्ट। रेगूलेटिंग एक्ट तो बाद अपना जो नैक्सट एक्ट आया सीगा वो आया सीगा 1784 के विच। हाँ एक गल होर याद रखियो जी, ये 1773 जो एक्ट है ना 1773 का, इसनूं 18 मई नूं इंट्रोड्यूस किया गया सीगा, यानी कि पेश किया गया सीगा। 1773 18 मई नूं इंट्रोड्यूस किया गया सीगा किहदे द्वारा लॉर्ड नार्थ द्वारा। एक इस दे नाल होर नार्थ सीगा लॉर्ड नार्थ, इन्हां द्वारा इंट्रोड्यूस किया गया सीगा 18 मई, ते इनू 10 जून नूं सहमति मिल गई, यानी कि इसनूं आपां कह सकते अप्लाई कर दिता गया सीगा 1773 वाले एक्ट नूं। 18 मई नूं इंट्रोड्यूस किया गया लॉर्ड नार्थ द्वारा, ते 10 जून नूं इसनूं आपां कह सकते फाइनल डिसीजन मिल गया सीगा हरी झंडी। जो दूसरा एक्ट है वो 1784 में आ रहा है, जिहदा नाम है पिट्स इंडिया एक्ट आप लिख सकते हैं। यानी कि पिट्स इंडिया एक्ट क्यों बोलते हैं, क्योंकि उस टाइम जिस टाइम एक्ट आया उस टाइम इंग्लैंड की सरकार का आप कह सकते हैं इंग्लैंड का जिहड़ा PM है उनका नाम पिट्स सीगा, ते इस करके इसनूं पिट्स एक्ट बोलिया। कदों है 1784 दे विच। हुण ये एक्ट आया क्यों है, रीजन की है, कुछ कु तो इंग्लैंड की जी कंपनी है ब्रिटिश कंपनी है इंग्लैंड सरकार उहदे विच कुछ सोधा करने चाहती, कुछ चेंज करने चाहती सी। दूसरा 1773 का जो एक्ट आया रेगूलेटिंग एक्ट, कुछ उहदे विच ओवरव्यू लै रहे थे कि इहदे विच कुछ अपनी कमियां रही हैं, उन्होंने आपां किस तरह पॉलिश करके चंगे तरीके नाल अप्लाई कर सकते हैं भारत दे विच। इस करके पिट्स इंडिया एक्ट भारत विच भेजा गया सीगा।
हुण ये एक्ट 1784 ਵਿੱਚ इंडिया ਦੇ ਵਿੱਚ आ रहा किहदे टाइम आ रहा इंग्लैंड का पीएम कौन है पिट्स ते पिट्स इस करके इसका नाम पिट्स एक्ट रखता गया 1784 ਦੇ ਵਿੱਚ किहदा रिव्यू है 1774 ਦੇ ਵਿੱਚ हुण ਇਹਦੇ ਵਿੱਚ ਮੇਨली तो काम किहड़े कीते गए एक बोर्ड ऑफ डायरेक्टर की स्थापना की गई है दूसरा बोर्ड ऑफ कंट्रोल बोर्ड ऑफ कंट्रोल ते बोर्ड ऑफ डायरेक्टर ये दो बोर्ड अलग अलग बना दिते गए यानी कि पहला आप कह सकते सारी मिक्स सब्जी बनी हुई सी आप जिमें ना इकट्ठी बनाते भिंडी है गोभी है आलू है सारा मिक्स करके बना दें उस तरह पहला आप कह सकते हैं मिक्स सब्जी बनी हुई सी ਜਿਹੜੇ ਪਹਿਲਾਂ ਕੰਮ ਚੱਲ ਰਹੇ ਸੀਗੇ ਇੰਗਲੈਂਡ ਦੀ ਸਰਕਾਰ ਦੁਆਰਾ ਜਾਂ ਬ੍ਰਿਟਿਸ਼ ਕੰਪਨੀ ਦੁਆਰਾ ਹੁਣ ਇਹਦੇ ਵਿੱਚ ਕੀ ਕੀਤਾ ਗਿਆ ਕਿ ਇਹਨਾਂ ਨੇ ਸੋਚਿਆ ਕਿ ਇਸ ਤਰ੍ਹਾਂ ਸਿਸਟਮ ਨਹੀਂ ਚੱਲਣ ਵਾਲਾ ਇਸ ਕਰਕੇ ਇਹਨਾਂ ਨੇ ਆਪਾਂ ਕਹਿੰਦੇ ਰਾਜਨੀਤਿਕ ਸ਼ਕਤੀਆਂ ਨੂੰ ਅਲੱਗ ਕਰਤਾ ਗਿਆ ਵਪਾਰਿਕ ਸ਼ਕਤੀਆਂ ਨੂੰ ਅਲੱਗ ਕਰਤਾ ਗਿਆ ਇਸ ਕਰਕੇ ਦੋ ਪਾਰਟ ਬਣਾਤੇ ਗਏ ਉਹ ਦੋ ਬੋਰਡ ਕਿਹੜੇ ਕਿਹੜੇ ਆ ਇੱਕ ਬੋਰਡ ਆਫ ਕੰਟਰੋਲ ਇੱਕ ਬੋਰਡ ਆਫ ਡਾਇਰੈਕਟਰ ਤਾਂ ਇਹਦੇ ਵਿੱਚ ਬੋਰਡ ਆਫ ਡਾਇਰੈਕਟਰ ਦੇ ਵਿੱਚ ਜਿਹੜਾ ਗਵਰਨਰ ਜਨਰਲ ਹੈ ਉਹ ਆਪਣਾ ਸਿਸਟਮ ਦੇਖੇਗਾ ਕਿਹੜਾ ਸਿਸਟਮ ਦੇਖੇਗਾ ਵਪਾਰ ਦਾ ਯਾਨੀ ਕਿ ਜੇਕਰ ਵਪਾਰ ਦੀ ਗੱਲ ਹੋਵੇਗੀ ਬੋਰਡ ਆਫ ਡਾਇਰੈਕਟਰ ਉਸ ਨੂੰ ਡੀਲ ਕਰੇਗਾ ਜੇਕਰ ਪੂਰੇ ਬਾਕੀ ਸਿਸਟਮ ਦੀ ਗੱਲ ਕੀਤੀ ਜਾਂਦੀ ਹੈ ਜਦੋਂ ਕਿਹੜੇ ਸਿਸਟਮ ਦੀ ਜਿਵੇਂ ਸੈਨਾ ਪ੍ਰਬੰਧ ਨਾਗਰਿਕ ਸਿਸਟਮ ਜਿਹੜਾ ਨਾਗਰਿਕਤਾ ਕਿਵੇਂ ਹੈਗੇ ਜਿਹੜੇ ਲੋਕ ਹੈਗੇ ਆ ਉਹਨਾਂ ਨਾਲ ਡੀਲਿੰਗ ਕਰਨੀ ਉਹ ਕਿਹਦੇ ਵਿੱਚ ਆਏਗਾ ਇਸ ਸਿਸਟਮ ਦੇ ਵਿੱਚ ਆਏਗਾ ਪਲੱਸ ਟੈਕਸ ਜਾਂ ਆਪਾਂ ਕਹਿੰਦੇ ਆ ਕਰ ਵਗੈਰਾ ਇਹਦੇ ਵਿੱਚ ਹੀ ਦੇਖਿਆ ਜਾਵੇਗਾ ਇਹਦੇ ਵਿੱਚ 6 ਮੈਂਬਰੀ ਕਮੇਟੀ ਦੀ ਸਥਾਪਨਾ ਕੀਤੀ ਗਈ ਹੈ ਹੁਣ 6 ਮੈਂਬਰੀ ਕਮੇਟੀ ਯਾਨੀ ਕਿ ਇੱਕ ਤਾਂ ਗਵਰਨਰ ਜਨਰਲ ਦੀ ਅਲੱਗ ਸੰਸਥਾ ਚੱਲ ਰਹੀ ਹੈ ਬੋਰਡ ਆਫ ਡਾਇਰੈਕਟਰ ਉਸ ਤੋਂ ਬਾਅਦ ਬੋਰਡ ਆਫ ਜਿਹੜਾ ਕੰਟਰੋਲ ਬਣਿਆ ਉਹਦੇ ਵਿੱਚ 6 ਮੈਂਬਰੀ ਦੀ ਕਮੇਟੀ ਦੀ ਗਠਨ ਕੀਤਾ ਗਿਆ ਜਿਹਦੇ ਵਿੱਚ ਉਹ ਜਿਹੜੇ 6 ਮੈਂਬਰ ਕਿਵੇਂ ਆਉਣਗੇ ਇੱਕ ਆਏਗਾ ਜਿਹੜਾ ਇੰਗਲੈਂਡ ਦੀ ਸਰਕਾਰ ਦੇ ਵਿੱਚ ਜਾਣਦੇ ਹੋ ਜੀ ਜਿਹੜਾ ਇੰਗਲੈਂਡ ਦੀ ਸਰਕਾਰ ਦੇ ਵਿੱਚ ਵਿਦੇਸ਼ सचिव होएगा एक तो वो भेजेगा दूसरा भेजेगा अर्थ मंत्री भेजेगा ते बाकी जिहड़े बचते हुए वो सम्राट जिहड़ा कि उस टाइम का इंग्लैंड का सम्राट होगा वो अपनी प्रिवी काउंसल दे विचों भेजेगा प्रिवी काउंसल जिवें आपां कह सकते इंग्लैंड के सम्राट के सलाह मशवरे एक कैबिनेट मिनिस्ट्री छोटी बनाई हुई सी उहदे विचों कुछ मैंबर जिहड़े बाकी बचते हैं वो इस 6 ਮੈਂਬਰੀ ਕਮੇਟੀ ਦੇ ਵਿੱਚ ਨਾਮਜ਼ਦ ਜਾਂ ਭੇਜੇ ਜਾਣਗੇ ਤਾਂ ਇਹ ਸੀਗਾ 1784 ਦਾ ਪਿਟਸ ਇੰਡੀਆ ਐਕਟ ਇਸ ਨੂੰ ਦਾ ਯੰਗਰ ਪਿਟਸ ਵੀ ਬੋਲਿਆ ਜਾਂਦਾ ਦਾ ਯੰਗਰ ਪਿਟਸ ਯਾਨੀ ਕਿ ਯੰਗ ਏਜ ਦਾ ਪ੍ਰਧਾਨ ਮੰਤਰੀ ਵਿਲੀਅਮ ਪਿਟ ਯੰਗ ਏਜ ਦਾ ਸੀਗਾ ਇਸ ਕਰਕੇ ਦਾ ਯੰਗਰ ਪਿਟਸ ਵੀ ਇਸ ਨੂੰ ਬੋਲਿਆ ਜਾਂਦਾ ਇਸ ਐਕਟ ਨੂੰ 1784 ਦੇ ਵਿੱਚ ਇੰਡੀਆ 'ਚ ਆ ਰਿਹਾ ਰਿਵਿਊ ਕਿਹਦੇ ਲੈ ਰਿਹਾ 1773 ਦਾ ਜਿਹੜਾ ਪਹਿਲਾ ਰੈਗੂਲੇਟਿੰਗ ਐਕਟ ਆ ਰਿਹਾ ਦੂਸਰਾ ਇਹਦੇ ਦੋ ਸੰਸਥਾ ਅਲੱਗ ਅਲੱਗ ਆਪਾਂ ਕਹਿ ਸਕਦੇ ਹਾਂ ਅਲੱਗ ਅਲੱਗ ਕੰਮ ਵੰਡ ਦਿੱਤੇ ਗਏ ਆ ਇਹਦੇ ਵਿੱਚ ਬੋਰਡ ਆਫ ਡਾਇਰੈਕਟਰ ਐਂਡ ਬੋਰਡ ਆਫ ਕੰਟਰੋਲ ਦੀ ਸਥਾਪਨਾ ਕੀਤੀ ਗਈ ਹੈ 6 ਮੈਂਬਰੀ ਕਮੇਟੀ ਦੀ ਸਥਾਪਨਾ ਕੀਤੀ ਗਈ ਵਿਦੇਸ਼ ਜਿਹੜਾ ਸਚਿਵ ਇੱਕ ਚੁਣ ਕੇ ਭੇਜੇਗਾ ਦੂਸਰਾ ਅਰਥ ਮੰਤਰੀ ਜਿਹੜਾ ਇੱਕ ਭੇਜੇਗਾ ਬਾਕੀ ਜਿਹੜੇ ਸਮਰਾਟ ਦੀ ਜਿਹੜੀ ਹੈ ਪ੍ਰੀਵੀ ਜਿਹੜੀ ਕੌਂਸਲ ਹੈ ਉਹ ਆਪਣੇ ਵੱਲੋਂ ਚੁਣ ਕੇ ਨਾਮਜ਼ਦ ਕਰਕੇ ਭੇਜਣਗੇ ਜਿਹੜੇ ਇੰਡੀਆ ਦੇ ਵਿੱਚ ਇਹ ਸੀਗਾ ਆਪਣਾ ਪਿਟਸ ਇੰਡੀਆ ਐਕਟ ਇਸ ਤੋਂ ਬਾਅਦ ਕੰਟੀਨਿਊਟੀ ਆਪਣੇ ਇੰਡੀਆ ਦੇ ਵਿੱਚ ਐਕਟ ਆਉਂਦੇ ਰਹੇ ਆ ਲਗਾਤਾਰ ਆਉਂਦੇ ਰਹੇ 1947 तक ही ਚੱਲਣਗੇ ਜੇਕਰ ਮੈਂ ਇਧਰੋਂ ਸਟਾਰਟ ਕਰਾਂ ਉਦੋਂ ਵੀ ਪੜ ਸਕਦੇ ਹੋ ਜੇ ਮੈਂ ਪੁੱਠਾ ਸਟਾਰਟ ਕਰਦਾ ਫਿਰ ਵੀ ਪੜ ਸਕਦੇ ਹੋ ਜੇ ਮੈਂ ਗੱਲ ਕਰਾਂ 1947 ਦੇ ਵਿੱਚ ਲਾਸਟ ਐਕਟ ਆਇਆ ਸੀਗਾ ਆਪਣਾ ਕਿਹੜਾ ਮਾਊਂਟ ਬੈਟਨ ਪਲਾਨ ਜਾਂ ਮਾਊਂਟ ਦਾ ਐਕਟ ਕਹਿ ਸਕਦੇ ਆਪਾਂ ਉਹ 1947 ਦੇ ਵਿੱਚ ਸਟਾਰਟ ਕਿੱਥੋਂ ਆਪਾਂ ਕਰ ਰਹੇ ਸੀਗੇ 1773 ਦੇ ਵਿੱਚ 1784 ਜੀ ਪਿਟਸ ਆ ਰਿਹਾ ਹੈ ਰੈਗੂਲੇਟਿੰਗ ਆ ਰਿਹਾ ਹੈ ਉਸ ਤੋਂ ਬਾਅਦ 1793 ਜਦੋਂ 27 ਬੰਦੋਬਸਤ ਲਾਗੂ ਕੀਤਾ ਗਿਆ 27 ਬੰਦੋਬਸਤ ਕਿਹੜੇ ਐਕਟ ਦੁਆਰਾ 1793 ਜਿਹੜਾ ਐਕਟ ਆਇਆ ਸੀਗਾ ਉਸ ਤੋਂ ਬਾਅਦ 1813 ਦੀ ਆਪਾਂ ਐਕਟ ਦੀ ਗੱਲ ਕਰ ਲੈਂਦੇ ਹਾਂ ਉਸ ਤੋਂ ਬਾਅਦ 1833 ਦੀ ਐਕਟ ਦੀ ਗੱਲ ਕਰਦੇ ਹਾਂ ਆਪਾਂ 1853 ਦਾ ਐਕਟ ਹੈ 1858 ਦਾ ਐਕਟ ਆਪਣੇ ਕੋਲ 1861 ਦਾ ਐਕਟ ਆ ਜਾਂਦਾ ਆਪਣੇ ਕੋਲ 1882 ਦਾ ਐਕਟ ਆ ਜਾਂਦਾ 1909 ਜਿਹੜੇ ਕਿ ਇੰਡੀਆ ਦੀ ਪੋਲੀਟੀਕਲ ਯਾਨੀ ਕਿ ਰਾਜਨੀਤਿਕ ਵਿਵਸਥਾ ਨੂੰ ਚੇਂਜ ਕਰਨ ਵਾਲੇ ਉਹ ਸਾਰੇ ਐਕਟ ਹੀ ਹੈ 1909 ਵਾਲਾ ਆ ਜਾਂਦਾ 1919 ਦਾ ਆ ਜਾਂਦਾ 1965
35 वाला एक्ट यानी कि भारत का संविधान बोल सकते आप इनू इतों ही तैयार किया गया, इस एक्ट द्वारा ही सारा तैयार किया गया। 90% आप कह सकते हैं, 90 तो भी ज़्यादा भी कह सकते हैं कि सारा संविधान 1935 के एक्ट तो ही आप लिता होया। उस तो बाद 1940 तो अगस्त ऑफर आया। 1940 तो बाद आप 1942 क्रिप्स मिशन की गल कर लें, 1946 कैबिनेट मिशन की गल कर लें। उस तो बाद अपने को ये एक ये 1945 वैवल प्लैन आने वाला, इतने 1928 अपने को सैमन कमीशन आने वाला। ये भी किते न किते अपने भारत की राजनीतिक व्यवस्था को आप कह सकते हैं चेंज करते हैं। तो 1947 के लास्ट टाइम जो माउंट बैटन का प्लैन 3 जून को आया सीगा, 18 जुलाई को पास किया गया सीगा, तो 15 अगस्त को आज़ादी मिल गई सी अपना। ये सी अपने एक्ट जिन्हों के तहत आप गल करांगे मॉडर्न हिस्ट्री, यानी कि आप कह सकते हैं बहुत कुछ होएगा मॉडर्न हिस्ट्री के वैसे, बट सारी जी हिस्ट्री इन्हों के एक्टों के ही कंप्लीट हो जाती है, क्योंकि इन्होंने एक्टों के अपने गवर्नर जनरल आने वाले हैं, वाइसराय आने वाले हैं, वो आप कंप्लीट करांगे। प्लस ये अपनी गांधी युग आ जाएगा, ये अपने सारे जिन्हें भी अपने रहने वाले आ कांग्रेस है, कांग्रेस तो बाद अपने जोड़े अंदोलन चलनगे, मूवमेंट चलनगियाँ, गांधी की मूवमेंट चलनगियाँ, इधर अज अपने छोटे पद्धर से होर लोगों द्वारा छोटे छोटे मूवमेंट्स चलनगियाँ होना है। इन्हों सालों के आप कह सकते हैं कंप्लीट करांगे आप पूरी फुली डिटेल के। उम्मीद करदा जिन्ना भी अज करवाया तुहानू समझ आया होगा, पसंद आया होगा। साडे इस चैनल को सबसक्राइब जरूर करो जे, लाइक करो जे, कमेंट करो जे, शेयर करो कि हर एक बच्चे तक ये वीडियो जी है पहुँच सके, जानी कि उसनू किते भी दिक्कत ना आवे मॉडर्न हिस्ट्री। बाकी आप नैक्सट लैक्चर अगली वीडियो से गल करांगे ही एंशंट की गल करांगे, मैडिवल की गल करांगे, जिहड़ा मॉडर्न है उहदे बारे भी आप पूरी डिटेल दे विच पढ़ांगे। होर जानकारी वास्ते तुहानू पहले दस चुकिया, इस नंबर पर कॉन्टैक्ट कर सकते हो। अपनी ऐप है सारथी एजुकेटर्स, प्ले स्टोर पर जाके तुसीं इहनू डाउनलोड कर सकते हो। डाउनलोड करने तो बाद तुसीं वेखोगे अपनी वीडियोज़ विच पईयां होणगीआं, फिर उहदे विच तुसीं जिहड़ा मन चाहो अपना कोर्स है जिहड़ा परचेस कर सकते हो। बहुत बहुत धन्यवाद, थैंक यू। उम्मीद करदा फिर तो कि तुहानू ये मेरी वीडियो जरूर पसंद आई होगी। इस वीडियो को पसंद करने तो बाद शेयर जरूर कर रहे हो। धन्यवाद।